Hello students, how are you? Today we are going to start next poem, Once Upon a Time. Let's start. The poet tells his son that there was a time when human beings were true and free from any kind of artificiality. ਪੋਇਟ ਦੱਸਦਾ ਹੈ ਆਪਣੇ ਲੜਕੇ ਨੂੰ ਕਿ ਇੱਕ ਸਮਾਂ ਸੀ ਜਦੋਂ ਇਨਸਾਨ ਸੱਚੇ ਸਨ ਔਰ ਉਹ ਕਿਸੇ ਵੀ ਬਣਾਵਟੀਪਣ ਤੋਂ ਆਰਟੀਫਿਸ਼ੀਅਲਿਟੀ ਬਣਾਵਟੀਪਣ ਤੋਂ ਮੁਕਤ ਸਨ। ਕੋਈ ਉਹਨਾਂ ਵਿੱਚ ਬਣਾਵਟੀਪਣ ਨਹੀਂ ਸੀ। ਵੈਨ ਦੇ ਲਾਫਡ ਫਰੋਮ ਦੀ ਹਾਰਟ। ਜਦੋਂ ਉਹ ਹੱਸਦੇ ਸਨ ਤਾਂ ਉਹ ਦਿਲ ਤੋਂ ਖੁਸ਼ ਹੁੰਦੇ ਸਨ। ਜਦੋਂ ਉਹ ਹੱਸਦੇ ਸਨ ਤਾਂ ਉਹ ਦਿਲ ਤੋਂ ਹੱਸਦੇ ਸਨ। ਈਵਨ ਦੇਅਰ ਆਈਜ਼ ਸ਼ੋਨ ਵਿਦ ਦੀ ਲਾਈਟ ਆਫ ਜੋਏ। ਔਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੀ ਚਮਕ, ਜੋ ਖੁਸ਼ੀ ਦੀ ਲਾਈਟ ਹੁੰਦੀ ਸੀ, ਖੁਸ਼ੀ ਦੀ ਜੋ ਚਮਕ ਹੁੰਦੀ ਸੀ, ਉਹ ਝਲਕਦੀ ਸੀ। ਬਟ ਨਾਓ ਦੇ ਲਾਫ ਓਨਲੀ ਟੂ ਸ਼ੋ ਟੂ ਅਦਰਸ ਦੈਟ ਦੇ ਆਰ ਲਾਫਿੰਗ। ਲੇਕਿਨ ਅੱਜ ਦੇ ਸਮੇਂ ਵਿੱਚ ਉਹ ਹੱਸਦੇ ਨੇ ਦੂਸਰਿਆਂ ਨੂੰ ਸਿਰਫ ਇਹ ਵਿਖਾਉਣ ਵਾਸਤੇ ਕਿ ਉਹ ਹੱਸ ਰਹੇ ਹਨ। ਦਿਲੋਂ ਖੁਸ਼ ਨਹੀਂ ਹੁੰਦੇ, ਬਸ ਦੂਸਰਿਆਂ ਨੂੰ ਵਿਖਾਉਣ ਵਾਸਤੇ ਕਿ ਉਹ ਹੱਸ ਰਹੇ ਹਨ। ਸੋ ਦ ਲਾਫਟਰ ਸ਼ੋਜ਼ ਓਨਲੀ ਦੇ ਟੀਥ। ਇਸ ਲਈ ਉਹਨਾਂ ਦਾ ਹਾਸਾ ਉਹਨਾਂ ਦੇ ਦੰਦਾਂ ਨੂੰ ਸ਼ੋ ਕਰਦਾ ਹੈ, ਖੁਸ਼ੀ ਨੂੰ ਨਹੀਂ, ਸਿਰਫ ਦੰਦਾਂ ਨੂੰ ਸ਼ੋ ਕਰਦਾ ਹੈ। ਇਟ ਇਜ਼ ਨਾਟ ਐਨ ਐਕਸਪ੍ਰੈਸ਼ਨ ਆਫ ਰੀਅਲ ਜੋਏ। ਔਰ ਇਹ ਅਸਲ ਖੁਸ਼ੀ ਦਾ ਪ੍ਰਗਟਾਵਾ ਨਹੀਂ ਹੈ। ਦੇਅਰ ਆਈਜ਼ ਆਲਸੋ ਰਿਮੇਨ ਕੋਲਡ ਐਂਡ ਫੀਲਿੰਗਲੈਸ। ਉਹਨਾਂ ਦੀ ਜੋ ਅੱਖਾਂ ਨੇ ਉਹ ਭਾਵਨਾ ਰਹਿਤ ਰਹਿੰਦੀਆਂ ਹਨ। ਕੋਈ ਉਹਨਾਂ ਅੰਦਰ ਫੀਲਿੰਗ ਨਹੀਂ ਹੁੰਦੀ। ਉਹਨਾਂ ਦੀਆਂ ਅੱਖਾਂ ਦੇ ਵਿੱਚ ਕੋਲਡ, ਰੁੱਖਾਪਨ ਔਰ ਕੋਈ ਵੀ ਭਾਵਨਾ ਨਹੀਂ ਹੁੰਦੀ, ਭਾਵਨਾ ਰਹਿਤ। ਐਜ਼ ਇਫ ਲੁਕਿੰਗ ਨਾਟ ਐਟ ਦੀ ਮੈਨ ਇਨ ਫਰੰਟ ਆਫ ਦੈਮ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਆਪਣੇ ਸਾਹਮਣੇ, ਇਫ ਲੁਕਿੰਗ ਨਾਟ ਐਟ ਦੀ ਮੈਨ ਇਨ ਫਰੰਟ ਆਫ ਦੈਮ, ਜਿਵੇਂ ਕਿ ਉਹਨਾਂ ਦੇ ਸਾਹਮਣੇ ਕੋਈ ਆਦਮੀ ਨਹੀਂ ਵੇਖ ਰਿਹਾ। ਇਫ ਲੁਕਿੰਗ ਨਾਟ ਐਟ ਦੀ ਮੈਨ ਇਨ ਫਰੰਟ ਆਫ ਦੈਮ, ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਆਪਣੇ ਸਾਹਮਣੇ ਆਦਮੀ ਨਹੀਂ ਵੇਖ ਰਿਹਾ, ਸਗੋਂ ਉਸ ਦਾ ਪਰਛਾਵਾਂ ਵੇਖ ਰਿਹਾ ਹੈ। ਬਟ ਐਟ ਹਿਸ ਸ਼ੈਡੋ। ਸ਼ੈਡੋ ਮੀਨਸ ਪਰਛਾਵਾਂ। ਇਨ ਦੀ ਪਾਸਟ ਹਿਊਮਨ ਬੀਇੰਗਸ ਵਰ ਸਿੰਸੀਅਰ ਇਨ ਦੀ ਰਿਲੇਸ਼ਨਸ਼ਿਪ ਵਿਦ ਅਦਰਸ। ਪਾਸਟ ਵਿੱਚ ਕੀ ਹੁੰਦਾ ਸੀ? ਜੋ ਇਨਸਾਨ ਸਨ ਉਸ ਇਮਾਨਦਾਰ ਸਨ ਇੱਕ ਆਪਣੇ ਰਿਲੇਸ਼ਨਸ਼ਿਪ ਦੇ ਵਿੱਚ ਦੂਸਰਿਆਂ ਦੇ ਨਾਲ। ਜੋ ਦੂਸਰਿਆਂ ਦੇ ਨਾਲ ਉਹਨਾਂ ਦੇ ਰਿਲੇਸ਼ਨ ਹੁੰਦੇ ਸਨ ਉਹ ਇਮਾਨਦਾਰੀ ਵਾਲੇ ਹੁੰਦੇ ਸਨ। ਵੈਨ ਦੇ ਸ਼ੂਕ ਹੈਂਡਸ ਵਿਦ ਸਮਬੋਡੀ। ਜਦੋਂ ਕਿਸੇ ਨਾਲ ਹੈਂਡਸ਼ੇਕ ਕਰਦੇ ਸਨ, ਜਦੋਂ ਕਿਸੇ ਨਾਲ ਹੱਥ ਮਿਲਾਉਂਦੇ ਸਨ, ਇਟ ਸ਼ੋਡ ਦੀ ਵਾਰਮਥ ਆਫ ਦੇਅਰ ਫੀਲਿੰਗਸ। ਤਾਂ ਉਹਨਾਂ ਦਾ ਹੱਥ ਮਿਲਾਉਣਾ ਇਸ ਤਰ੍ਹਾਂ ਸ਼ੋ ਕਰਦਾ, ਕਿਸ ਤਰ੍ਹਾਂ ਸ਼ੋ ਕਰਦਾ ਸੀ? ਦੀ ਵਾਰਮਥ ਆਫ ਦੇਅਰ ਫੀਲਿੰਗਸ। ਉਹਨਾਂ ਦੀ ਭਾਵਨਾ ਦੇ ਨਿੱਘ ਨੂੰ। ਮੀਨਸ ਉਹ ਉਸ ਆਦਮੀ ਦਾ ਤਹਿ ਦਿਲੋਂ ਸਵਾਗਤ ਕਰਦੇ ਸਨ ਜਦੋਂ ਕਿਸੇ ਨਾਲ ਹੈਂਡਸ਼ੇਕ ਕਰਦੇ ਸਨ। ਬਟ ਨਾਓ ਦੈਟ ਸਿੰਸੀਅਰਟੀ ਡਜ਼ ਨਾਟ ਐਗਜ਼ਿਸਟ ਇਨ ਹਿਊਮਨ ਰਿਲੇਸ਼ਨਸ਼ਿਪ। ਲੇਕਿਨ ਹੁਣ ਉਹ ਜੋ ਇਮਾਨਦਾਰੀ ਹੈ, ਜੋ ਸਿੰਸੀਅਰਟੀ ਹੈ, ਉਹ ਮਨੁੱਖੀ ਰਿਲੇਸ਼ਨਸ਼ਿਪ ਦੇ ਵਿੱਚ ਨਜ਼ਰ ਨਹੀਂ ਆਉਂਦੀ। ਵੈਨ ਦੇ ਸ਼ੇਕ ਹੈਂਡਸ। ਜਦੋਂ ਹੱਥ ਮਿਲਾਉਂਦੇ ਨੇ, ਜਦੋਂ ਹੈਂਡਸ਼ੇਕ ਕਰਦੇ ਨੇ, ਇਟ ਇਜ਼ ਅ ਮੇਅਰ ਫਾਰਮੈਲਿਟੀ। ਤਾਂ ਸਿਰਫ ਕੀ ਹੈ? ਇੱਕ ਰਸਮੀ ਢੰਗ ਹੈ। ਇਟ ਇਜ਼ ਅ ਮੇਅਰ ਫਾਰਮੈਲਿਟੀ। ਸਿਰਫ ਇਹ ਫਾਰਮੈਲਿਟੀ ਹੈ। ਵਾਈਲ ਦੇਰ ਸ਼ੇਕਿੰਗ ਹੈਂਡਸ ਵਨ ਟਰਾਈਜ਼ ਟੂ ਪਿਕ ਦੀ ਪੋਕਿਟਸ ਆਫ ਦੀ ਅਦਰ ਵਿਦ ਹਿਜ਼ ਲੈਫਟ ਹੈਂਡ। ਜਦੋਂ ਉਹ ਹੈਂਡਸ਼ੇਕ ਕਰਦੇ ਨੇ, ਵੈਨ ਦੇ ਆਰ ਸ਼ੇਕਿੰਗ ਹੈਂਡਸ ਵਨ ਟਰਾਈਜ਼ ਟੂ ਪਿਕ ਦੀ ਪੋਕਿਟਸ ਆਫ ਦੀ ਅਦਰ। ਤਾਂ ਇੱਕ ਜੋ ਹੈ ਉਹ ਕੋਸ਼ਿਸ਼ ਕਰਦਾ ਹੈ, ਉਹਨਾਂ ਵਿੱਚ ਇੱਕ ਜੋ ਹੈ ਉਹ ਕੋਸ਼ਿਸ਼ ਕਰਦਾ ਹੈ ਆਪਣੇ ਖੱਬੇ ਹੱਥ ਨਾਲ ਉਸ ਦੀ ਜੇਬ ਕੱਟਣ ਦੀ। ਦਸ ਅ ਹੈਂਡਸ਼ੇਕ ਇਜ਼ ਨੋ ਮੋਰ ਐਨ ਐਕਸਪ੍ਰੈਸ਼ਨ ਆਫ ਵਾਰਮ ਫੀਲਿੰਗਸ। ਇਸ ਤਰ੍ਹਾਂ ਜੋ ਹੈਂਡਸ਼ੇਕ ਹੈ ਉਹ ਉਹਨਾਂ ਦੀ ਭਾਵਨਾਵਾਂ ਦਾ ਪ੍ਰਗਟਾਵਾ ਨਹੀਂ ਹੈ, ਉਹਨਾਂ ਦੀਆਂ ਨਿੱਘੀਆਂ ਭਾਵਨਾਵਾਂ ਦਾ ਪ੍ਰਗਟਾਵਾ ਨਹੀਂ ਹੈ। ਸਿਰਫ ਕੀ ਹੈ? ਇੱਕ ਫਾਰਮੈਲਿਟੀ, ਇੱਕ ਦਿਖਾਵਾ ਹੈ। The modern man poses to be a good and happy host in front of his guests. When his friends and relatives visit him, he pretends to be happy over their coming. ਅੱਜ ਦਾ ਆਦਮੀ ਜੋ ਹੈ ਉਹ ਬਹਾਨਾ ਕਰਦਾ ਹੈ
ਚੰਗੇ ਬਣਨ ਦਾ ਔਰ ਹੈਪੀ ਹੋਸਟ ਬਣਨ ਦਾ। ਕਿਸ ਦੇ ਸਾਹਮਣੇ? ਆਪਣੇ ਮਹਿਮਾਨਾਂ ਦੇ ਸਾਹਮਣੇ। ਇੱਕ ਚੰਗਾ ਹੋਸਟ ਬਣਨ ਦਾ, ਮੇਜ਼ਬਾਨ ਬਣਨ ਦਾ, ਜੋ ਪ੍ਰਾਹੁਣਾਚਾਰੀ ਕਰੇ, ਜੋ ਮਹਿਮਾਨ ਨਿਵਾਜੀ ਕਰੇ। ਬਸ ਅੱਜ ਦਾ ਆਦਮੀ ਸਿਰਫ ਬਹਾਨਾ ਕਰਦਾ ਹੈ ਚੰਗੇ ਔਰ ਹੈਪੀ ਹੋਸਟ ਬਣਨ ਦਾ। ਕਿਸ ਦੇ ਸਾਹਮਣੇ? ਆਪਣੇ ਮਹਿਮਾਨਾਂ ਦੇ ਸਾਹਮਣੇ। ਵੈਨ ਹਿਜ਼ ਫਰੈਂਡਸ ਐਂਡ ਰਿਲੇਟਿਵਸ ਵਿਜ਼ਿਟਸ ਹਿਮ, ਜਦੋਂ ਉਸਦੇ ਦੋਸਤ, ਉਸਦੇ ਰਿਸ਼ਤੇਦਾਰ ਉਸ ਕੋਲ ਆਉਂਦੇ ਨੇ, ਹੀ ਪ੍ਰੀਟੈਂਡਸ ਟੂ ਬੀ ਹੈਪੀ ਓਵਰ ਦੇਅਰ ਕਮਿੰਗ। ਉਹ ਸਿਰਫ ਦਿਖਾਵਾ ਕਰਦਾ ਹੈ ਖੁਸ਼ ਹੋਣ ਦਾ। ਵੀ ਜਦੋਂ ਉਹ ਉਸਦੇ ਕੋਲ ਆਉਂਦੇ ਨੇ ਤਾਂ ਸਿਰਫ ਜੋ ਉਹ ਆਦਮੀ ਹੈ ਉਹ ਖੁਸ਼ ਹੋਣ ਦਾ ਦਿਖਾਵਾ ਕਰਦਾ ਹੈ, ਬਹਾਨਾ ਕਰਦਾ ਹੈ। ਹੀ ਇੰਟਰਟੇਨਸ ਦੈਮ ਐਂਡ ਆਸਕਸ ਦੈਮ ਟੂ ਫੀਲ ਐਟ ਹੋਮ। ਉਹ ਉਹਨਾਂ ਦਾ ਇੰਟਰਟੇਨ ਕਰਦਾ ਹੈ, ਮਨੋਰੰਜਨ ਕਰਦਾ ਹੈ, ਔਰ ਉਹਨਾਂ ਨੂੰ ਪੁੱਛਦਾ ਹੈ ਐਂਡ ਆਸਕਸ ਦੈਮ ਟੂ ਫੀਲ ਐਟ ਹੋਮ, ਕਿ ਉਹਨਾਂ ਨੇ ਵਧੀਆ ਮਹਿਸੂਸ ਕੀਤਾ, ਉਹਨਾਂ ਨੂੰ ਇੱਥੇ ਆਉਣਾ ਆਪਣੇ ਘਰ ਵਰਗਾ ਲੱਗਾ। ਹੀ ਡਜ਼ ਸੋ ਵੰਸ ਔਰ ਟਵਾਈਸ ਓਨਲੀ। ਉਹ ਜਿਹਾ ਕਰਦੇ ਨੇ ਸਿਰਫ ਇੱਕ ਵਾਰੀ ਜਾਂ ਦੋ ਵਾਰੀ। ਵੈਨ ਦੀ ਸੇਮ ਗੈਸਟ ਵਿਜ਼ਿਟਸ ਹਿਮ ਫॉर ਦੀ ਥਰਡ ਟਾਈਮ ਦ ਡੋਰਸ ਆਰ ਕਲੋਜ਼ਡ ਫॉर ਹਿਮ। ਲੇਕਿਨ ਉਹੀ ਮਹਿਮਾਨ ਜਦੋਂ ਤੀਸਰੀ ਵਾਰ ਉਸ ਕੋਲ ਆਉਂਦਾ ਹੈ ਤਾਂ ਉਸ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਜਾਂਦੇ ਹਨ। ਜਦੋਂ ਉਹੀ ਗੈਸਟ ਉਸ ਦੇ ਕੋਲ ਤੀਸਰੀ ਵਾਰ ਆਉਂਦਾ ਹੈ ਤਾਂ ਜੋ ਉਸ ਦੇ ਦਰਵਾਜ਼ੇ ਨੇ ਉਸ ਦੇ ਲਈ ਸਦਾ ਲਈ ਬੰਦ ਹੋ ਜਾਂਦੇ ਹਨ। ਦ ਪੋਇਟ tells his son that seeing this kind of behavior around him, he too has changed। ਪੋਇਟ ਆਪਣੇ ਲੜਕੇ ਨੂੰ ਦੱਸਦਾ ਹੈ, ਕਹਿੰਦਾ ਹੈ ਕਿ ਆਪਣੇ ਆਲੇ ਦੁਆਲੇ ਇਸ ਤਰ੍ਹਾਂ ਦੇ ਵਿਵਹਾਰ ਨੂੰ ਦੇਖ ਕੇ he too has changed, ਉਹ ਵੀ ਬਦਲ ਗਿਆ ਹੈ। ਪੋਇਟ ਆਪਣੇ ਲੜਕੇ ਨੂੰ ਕਹਿ ਰਿਹਾ ਹੈ ਕਿ ਉਹ ਆਲੇ ਦੁਆਲੇ ਇਸ ਤਰ੍ਹਾਂ ਦਾ ਆਚਰਣ ਵੇਖ ਕੇ, ਇਸ ਤਰ੍ਹਾਂ ਦਾ ਬਿਹੇਵੀਅਰ ਵੇਖ ਕੇ ਉਹ ਵੀ ਬਦਲ ਗਿਆ ਹੈ। ਹੀ ਹੈਜ਼ ਨਾਓ ਲਰਨ ਟੂ ਚੇਂਜ ਹਿਜ਼ ਫੇਸ। ਹੁਣ ਉਹ ਵੀ ਸਿੱਖ ਗਿਆ ਹੈ ਆਪਣੇ ਫੇਸ ਨੂੰ ਚੇਂਜ ਕਰਨਾ, ਆਪਣੇ ਐਕਸਪ੍ਰੈਸ਼ਨ ਨੂੰ ਚੇਂਜ ਕਰਨਾ, ਆਪਣੇ ਬਿਹੇਵੀਅਰ ਨੂੰ ਚੇਂਜ ਕਰਨਾ। ਕਿਸ ਦੀ ਤਰ੍ਹਾਂ? ਡਰੈਸਸ ਦੀ ਤਰ੍ਹਾਂ। ਨਾਓ ਹੀ ਕੈਨ ਪੋਜ਼ ਵੈਲ। ਹੁਣ ਉਹ ਪੋਜ਼ ਕਰ ਸਕਦਾ ਹੈ, ਹੁਣ ਉਹ ਦਿਖਾਵਾ ਕਰ ਸਕਦਾ ਹੈ। ਹੀ ਵੀਅਰਸ ਡਿਫਰੈਂਟ ਫੇਸ ਐਕਸਪ੍ਰੈਸ਼ਨਸ ਫॉर डिफरेंट places एंड occasions। ਉਹ ਅਲੱਗ-ਅਲੱਗ ਤਰ੍ਹਾਂ ਦੇ ਚਿਹਰੇ ਬਣਾ ਸਕਦਾ ਹੈ, ਅਲੱਗ-ਅਲੱਗ ਤਰ੍ਹਾਂ ਦੇ ਜੋ ਚਿਹਰੇ ਦੇ ਹਾਵ ਭਾਵ ਨੇ ਉਹ ਐਕਸਪ੍ਰੈਸ ਕਰ ਸਕਦਾ ਹੈ ਅਲੱਗ-ਅਲੱਗ ਥਾਵਾਂ 'ਤੇ, ਅਲੱਗ-ਅਲੱਗ ਮੌਕਿਆਂ 'ਤੇ। ਹੀ ਨੋਜ਼ what kind of face he should wear at home, in the office, in the street, as a host and as a guest in a cocktail party। ਉਹ ਜਾਣਦਾ ਹੈ what kind of face he should wear, ਕਿ ਉਸਨੇ ਕਿਸ ਤਰ੍ਹਾਂ ਦੇ ਚਿਹਰੇ ਦੇ ਐਕਸਪ੍ਰੈਸ਼ਨ ਦੇਣੇ ਹਨ ਘਰ ਦੇ ਵਿੱਚ, ਆਫਿਸ ਦੇ ਵਿੱਚ, ਗਲੀ ਦੇ ਵਿੱਚ, ਮਹਿਮਾਨ ਦੇ ਤੌਰ 'ਤੇ ਔਰ ਇੱਕ ਗੈਸਟ ਦੇ ਤੌਰ 'ਤੇ ਪਾਰਟੀ ਦੇ ਵਿੱਚ। ਹੁਣ ਇਹ ਸਭ ਕੁਝ ਸਮਝ ਗਿਆ ਹੈ ਕਿ ਉਸਨੇ ਕਿਸ ਤਰ੍ਹਾਂ ਦੇ ਫੇਸ ਐਕਸਪ੍ਰੈਸ਼ਨ ਦੇਣੇ ਹਨ ਜਦੋਂ ਆਫਿਸ ਵਿੱਚ ਹੋਵੇ, ਸਟਰੀਟ ਵਿੱਚ ਹੋਵੇ, ਜਦੋਂ ਮੇਜ਼ਬਾਨ ਹੋਵੇ, ਜਦੋਂ ਗੈਸਟ ਹੋਵੇ। ਹੀ ਸਮਾਈਲ ਚੇਂਜਸ ਅਕੋਰਡਿੰਗ ਟੂ ਦੀ ਸਿਚੁਏਸ਼ਨ ਐਂਡ ਦੀ ਟਾਈਪ ਆਫ ਪਰਸਨਸ ਹੀ ਇਜ਼ ਵਿਦ। ਉਸ ਦੀ ਸਮਾਈਲ ਚੇਂਜ ਹੁੰਦੀ ਹੈ ਸਿਚੁਏਸ਼ਨ ਦੇ ਮੁਤਾਬਿਕ ਔਰ ਟਾਈਪਸ ਆਫ ਪਰਸਨਸ ਹੀ ਇਜ਼ ਵਿਦ, ਔਰ ਜੋ ਵਿਅਕਤੀ ਉਸ ਨਾਲ ਹੁੰਦਾ ਹੈ ਉਸ ਦੇ ਅਕੋਰਡਿੰਗ ਹੁਣ ਉਸ ਦੀ ਸਮਾਈਲ ਜੋ ਹੈ ਉਹ ਚੇਂਜ ਹੋ ਜਾਂਦੀ ਹੈ। ਦ ਪੋਇਟ ਸੇਜ਼ that he has now learnt all kinds of artificial behavior। ਪੋਇਟ ਕਹਿੰਦਾ ਹੈ ਕਿ ਉਸੇ ਕਿਹਾ ਹੈ ਹਰ ਪ੍ਰਕਾਰ ਦੇ ਬਿਹੇਵੀਅਰ ਨੂੰ, ਹਰ ਪ੍ਰਕਾਰ ਦੇ ਆਰਟੀਫਿਸ਼ੀਅਲ ਬਿਹੇਵੀਅਰ ਨੂੰ। ਹੀ ਕੈਨ ਲਵ ਵਿਦਾਊਟ ਬੀਇੰਗ ਹੈਪੀ ਐਟ ਹਾਰਟ। ਉਹ ਹੱਸ ਸਕਦਾ ਹੈ ਦਿਲ ਤੋਂ, ਚਾਹੇ ਉਹ ਦਿਲ ਤੋਂ ਖੁਸ਼ ਨਹੀਂ ਹੈ ਲੇਕਿਨ ਫਿਰ ਵੀ ਉਹ ਹੱਸ ਸਕਦਾ ਹੈ। ਹੀ ਸ਼ੇਕਸ ਹੈਂਡਸ ਵਿਦ ਅਦਰਸ। ਉਹ ਦੂਸਰਿਆਂ ਨਾਲ ਹੈਂਡ ਸ਼ੇਕ ਕਰ ਸਕਦਾ ਹੈ ਵਿਦਾਊਟ ਐਨੀ ਵਾਰਮਥ ਆਫ ਫੀਲਿੰਗ। ਚਾਹੇ ਉਸ ਦੇ ਅੰਦਰ ਉਸ ਦੇ ਪ੍ਰਤੀ ਨਿੱਘੀ ਭਾਵਨਾ ਹੈ ਜਾਂ ਨਹੀਂ, ਫਿਰ ਵੀ ਉਹ ਦੂਸਰਿਆਂ ਨਾਲ ਹੈਂਡ ਸ਼ੇਕ ਕਰ ਸਕਦਾ ਹੈ। ਨਾਓ ਹੀ ਕੈਨ ਸੇ ਗੁੱਡ ਬਾਏ ਟੂ ਹਿਜ਼ ਗੈਸਟਸ ਵੈਨ ਐਟ ਹਰਟ ਹੀ ਇਜ਼ ਹੈਪੀ ਟੂ ਬੀ ਰਿਡ ਆਫ ਦੈਮ। ਹੁਣ ਉਹ ਗੁੱਡ ਬਾਏ ਕਹਿ ਸਕਦਾ ਹੈ, ਅਲਵਿਦਾ, ਆਪਣੇ ਮਹਿਮਾਨਾਂ ਨੂੰ। ਵੈਨ ਐਟ ਹਰਟ ਹੀ ਇਜ਼ ਹੈਪੀ, ਜਦੋਂ ਕਿ ਦਿਲ ਤੋਂ ਉਹ ਖੁਸ਼ ਹੁੰਦਾ ਹੈ ਕਿ ਮਹਿਮਾਨਾਂ ਤੋਂ ਛੁਟਕਾਰਾ ਮਿਲਿਆ,
टू बी रिड ऑफ दैम। हुण वो कह सकता है अपने मेहमानों नूं गुड बाय, जदों कि दिल विच की हुंदा है कि चंगा होया वो जो मेहमान ने उतों चले गए। वैन ही इज़ नॉट ग्लैड टू सी अ परसन ही कैन टेल हिम दैट ही इज़ ग्लैड टू मीट हिम। जदों खुश नहीं हुंदा किसी व्यक्ति को मिल के, फिर भी उसनूं कह सकता है कि तेनों मिल के बहुत खुशी हुई। सिमिलरली वैन इज़ बोर्ड इन कन्वरसेशन विद समवन, इसे तरह जदों वो किसी नाल कन्वरसेशन दे विच बोर हो जाता है, गलबात जदों किसी नाल करता है, जदों बोर हो जाता है, ही कैन से वो कह सकता है दैट इट वॉज नाइस टॉकिंग टू हिम, कि उस नाल गल करके चंगा लगा। दस ही हैज़ बिकम एन एक्सपर्ट इन हाइपोक्रेसी, और वो कितना एक्सपर्ट बन गया है, कितना निपुण बन गया है इस प्रकार के अडंबर दे विच। द पोइट इज़ नॉट हैप्पी विद ऑल दिस, लेकिन पोइट खुश नहीं है इन्हां सब चीज़ों के नाल। ही टेल्स हिज सन, वो अपने लड़के को दसदा है कि हर्टली वांट्स टू रिगेन हिज ओल्ड सैल्फ। वो अपने लड़के को की कहता है कि वो दिल तो चाहता है कि वही पुराना समय वो रिगेन करे, हासिल करे। ही वांट्स टू बी ट्रू, वो ट्रू बनना चाहता है, ईमानदार बनना चाहता है, जिवें कि वो बचपन विच सी, एज ही वॉज इन हिज चाइल्डहुड। दैन ही यूज टू बी लाइक हिज सन, सिंपल सिंसियर एंड स्ट्रेट फॉरवर्ड। इस तरह ही यूज टू, वो अपने लड़के की तरह सिंपल, ईमानदार और सीधा स्पष्ट गल कहने वाला बनना चाहता है। ही वांट्स टू फॉरगेट ऑल दोज थिंग्स, और वो चाहता है उन्होंने सारिया गलों भुल जाना, विच हैव कास्ड अ चेंज इन हिज नेचर, जो उसके नेचर के विच तब्दीली का कारण बनया है। अबव एवरीथिंग एल्स ही वांट्स टू लर्न रील लाफ्टर वंस अगेन। इस तो वड्डी गल की है कि वह चाहता है सीखना असल हासा, दिल तो खुश होना सीखना चाहता है। नाउ वैन ही सीज हिज लाफ्टर इन द मिरर, हुण जदों वेखदा है मिरर दे विच, शीशे दे विच अपने हासे नूं, तां सिर्फ उसके दंद उसनूं नज़र आउंदे हन। ही सीज ओनली हिज टीथ, दिल तो खुशी नहीं। दे लुक लाइक द पॉइजनस एंड डेंजरस फैंग्स ऑफ अ स्नेक। हुण वो जिहड़े दंद ने वो जापते ने जहर की तरह, पॉइजनस और डेंजरस फैंग्स ऑफ स्नैक, एक सप दे जहरीले और खतरनाक डंग की तरह जापते हैं। ही नो रियल जॉय इज़ रिफ्लैक्टेड इन दैट लाफ्टर, हुण उसके हासे विच असल खुशी नज़र नहीं आती। सो रिक्वेस्ट हिज सन, इसलिए अपने लड़के को कहता है, रिक्वेस्ट करता है कि टू शो हिम, कि उसनू शो करे हाउ टू लव सिंसीयरली, कि किस तरह ईमानदारी नाल हसना है। ही वांट्स टू लव, वो चाहता है हसना, स्माइल मुस्कुराना, एज ही यूज टू, जिवें वो करया करता सी, जिवें वो हस्या करता सी, मुस्कुराया करता सी जदों वो इनोसेंट सी, जदों कोमल सी, इनोसेंट सी, एंड ट्रू सच्चा सी। किस तो? दिल तो, जदों दिल तो इनोसेंट सी, दिल तो ट्रू सी अपने लड़के की तरह। थैंक्स।